गौड़ी ज्यो कप के कर मुष्ट चनन के लब्ध न त्याग दयो। जो जो कर्म किए लालच स्यो ते फिर गरहा परयो। भगत बिन बिरथे जन्म गयो साध संगत भगवान भजन बिना कही ना सच रहयो रहाओ। वाहिगुरु जी का खालसा वाहिगुरु जी की फतेह। धन धन सतगुरु गरीब नवाज साहिब श्री गुरु ग्रंथ साहिब महाराज अंग 336 भगतां की बाणी के अंतर्गत गौड़ी राग दे विच श्री कबीर जी का 59 नंबर बचन कहते ज्यो कप के कर मुष्ट चनन की लुब्ध ना त्याग दयो। कप कहते ने बांदर नूं, जिक्र जोग है कि बांदर नूं फड़ने दे लई कलंदर लोग जंगल दे विच उस थां पीड़े ਜਿਹੇ ਮੂੰਹ ਵਾਲੇ ਕੁੱਜੇ ਦੇ ਵਿੱਚ ਛੋਲੇ ਆਦਿ ਪਾ ਕੇ ਜ਼ਮੀਨ ਦੇ ਵਿੱਚ ਗਲਤੀ ਗੱਡਦਿਆ ਕਰਦੇ ਸਨ, ਜਿੱਥੇ ਅਕਸਰ ਬਾਂਦਰ ਹੋਇਆ ਕਰਦੇ ਸਨ। ਜਿਵੇਂ ਹੀ ਕੋਈ ਬਾਂਦਰ ਆ ਕੇ ਉਸ ਕੁੱਜੇ ਦੇ ਵਿੱਚੋਂ ਛੋਲਿਆਂ ਦੀ ਮੁੱਠ ਭਰਦਾ ਤਾਂ ਕੁੱਜੇ ਦਾ ਮੂੰਹ ਭੀੜਾ ਹੋਣ ਦੇ ਕਾਰਨ ਉਸ ਦੀ ਫੁੱਲੀ ਹੋਈ ਮੁੱਠ ਉਹਦੇ ਗਲ ਦੇ ਵਿੱਚ ਫਸ ਜਾਇਆ ਕਰਦੀ ਸੀ। ਕਲੰਦਰ ਨੂੰ ਆਪਣੇ ਵੱਲ ਤੁਰਿਆ ਆਉਂਦਾ ਵੇਖ ਕੇ ਵੀ ਲਾਲਚ ਦੇ ਵਿੱਚ ਗਲਤਾਨ ਬਾਂਦਰ ਚਣਿਆਂ ਦੀ ਮੁੱਠ ਨਾ ਛੱਡਦਾ ਅਤੇ ਕਲੰਦਰ ਦੇ ਦੁਆਰਾ ਪਕੜਿਆ ਜਾਂਦਾ। ਸੋ ਇਸੇ ਵਰਤਾਨ ਦੀ ਵਰਤੋਂ ਕਰਦਿਆਂ ਇੱਥੇ ਵੀ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦੇ ਜਿਉ ਕਪ ਕੇ ਕਰ ਮੁਸ਼ਟ ਚਨਨ ਕੀ ਲੁਬਧ ਨਾ ਤਿਆਗ ਦਇਆ। ਕਪ ਕਹਿੰਦੇ ਨੇ ਬਾਂਦਰ ਨੂੰ, ਕਰ ਕਹਿੰਦੇ ਨੇ ਹੱਥ ਨੂੰ, ਮੁਸ਼ਟ ਕਹਿੰਦੇ ਨੇ ਮੁੱਠ ਨੂੰ, ਚਨਨ ਕਹਿੰਦੇ ਨੇ ਚਣਿਆਂ ਨੂੰ। ਸੋ ਜਿਉ ਕਪ ਕੇ ਕਰ ਮੁਸ਼ਟ ਚਨਨ ਕੀ ਲੁਬਧ ਨਾ ਤਿਆਗ ਦਿਓ, ਲੁਬਧ ਲਾਲਚ ਨੂੰ ਕਹਿੰਦੇ ਨੇ। ਅਰਥਾਤ ਕਿ ਜਿਵੇਂ ਬਾਂਦਰ ਨੇ ਆਪਣੇ ਹੱਥ ਦੇ ਵਿੱਚ ਭੁੱਜੇ ਹੋਏ ਚਣਿਆਂ ਦੀ ਮੁੱਠ ਤਾਂ ਭਰ ਲਈ, ਪਰੰਤੂ ਕਲੰਦਰ ਨੂੰ ਆਪਣੇ ਵੱਲ ਤੁਰਿਆ ਆਉਂਦਾ ਵੇਖ ਕੇ ਵੀ ਲਾਲਚ ਦੇ ਵਿੱਚ ਗਲਤਾਨ ਬਾਂਦਰ ਉਸ ਨੂੰ ਤਿਆਗ ਨਾ ਸਕਿਆ, ਲੁਬਧ ਨਾ ਤਿਆਗ ਦਿਓ। ਠੀਕ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਜੋ ਜੋ ਕਰਮ ਕੀਏ ਲਾਲਚ ਸਿਓ ਤੇ ਫਿਰ ਗਰਹਾ ਪਰਿਓ। ਜੋ ਜੋ ਕਰਮ ਕੀਏ ਲਾਲਚ ਸਿਓ ਅਰਥਾਤ ਕਿ ਠੀਕ ਕਲੰਦਰ ਦੇ ਉਸ ਬਾਂਦਰ ਵਾਂਗੂ ਜਿਵੇਂ ਵੀ ਜੀਵ ਨੇ ਜਿਹੜੇ ਜਿਹੜੇ ਵੀ ਕੰਮ ਲਾਲਚ ਦੇ ਵਿੱਚ ਗਲਤਾਨ ਹੋ ਕੇ ਕੀਤੇ ਤੇ ਫਿਰ ਗਰਹਾ ਪਰਿਓ, ਅਰਥਾਤ ਕਿ ਉਹ ਸਾਰੇ ਫਿਰ ਆਖਰ ਨੂੰ ਇੱਕ ਦਿਨ ਫਾਹੀ ਬਣ ਕੇ ਉਸ ਦੇ ਗਲ ਦੇ ਵਿੱਚ ਪੈ ਗਏ। ਭਾਵ ਕਿ ਲਾਲਚ ਦੇ ਵਿੱਚ ਗਲਤਾਨ ਹੋ ਕੇ ਕੀਤੇ ਹੋਏ ਕਰਮ ਉਸ ਦੇ ਪੁਨਰ ਜਨਮ ਦਾ ਸਬੱਬ ਬਣ ਗਏ। ਸੋ ਗੁਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਭਗਤ ਬਿਨ ਬਿਰਥੇ ਜਨਮ ਗਇਓ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਉ। ਭਗਤ ਬਿਨ ਬਿਰਥੇ ਜਨਮ ਗਇਓ ਅਰਥਾਤ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਤੋਂ ਬਗੈਰ ਸਾਰਾ ਮਨੁੱਖਾ ਜਨਮ ਵਿਅਰਥ ਹੀ ਗੁਜ਼ਰ ਗਿਆ, ਵਿਅਰਥ ਹੀ ਚਲਿਆ ਗਿਆ। ਕਹਿੰਦੇ ਸਾਧ ਸੰਗਤ ਭਗਵਾਨ ਭਜਨ ਬਿਨ ਕਹੀ ਨਾ ਸੱਚ ਰਹਿਓ ਰਹਾਉ। ਸਾਧ ਸੰਗਤ ਭਗਵਾਨ ਭਜਨ ਬਿਨ ਅਰਥਾਤ ਕਿ ਇੱਕ ਸਾਧ ਸਤਿਗੁਰੂ ਜੀ ਦੀ ਸੰਗਤ ਅਤੇ ਉਸ ਭਗਵਾਨ ਜੀ ਦੇ ਭਜਨ ਤੋਂ ਬਗੈਰ ਕਹੀ ਨਾ ਸੱਚ ਰਹਿਓ ਅਰਥਾਤ ਕਿ ਹੋਰ ਕਿਸੇ ਵੀ ਸੰਜਮ ਅਥਵਾ ਸਾਧਨ ਦੇ ਦੁਆਰਾ ਉਸ ਸਤ ਸਰੂਪ ਪਰਮੇਸ਼ਰ ਦੇ ਵਿੱਚ ਰਹਿਣਾ ਮੁਨਾਸਬ ਨਹੀਂ। ਭਾਵ ਕਿ ਕੇਵਲ ਇੱਕ ਉਸ ਦੇ ਨਾਮ ਦੁਆਰਾ ਹੀ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ ਹੈ। ਸੋ ਵਿਸ਼ਰਾਮ ਦੇ ਕੇ ਅੱਗੋਂ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ। ਕਹਿੰਦੇ ਜਿਉ ਉਦਿਆਨ ਕੁਸੁਮ ਪ੍ਰਫੁੱਲਿਤ ਕਿਨਹਿ ਨਾ ਕਰਾਓ ਲਿਓ ਤੈਸੈ ਭ੍ਰਮਤ ਅਨੇਕ ਜਨਮ ਹੈ ਫਿਰ ਫਿਰ ਕਾਲ ਹਇਓ। ਜਿਉ ਉਦਿਆਨ ਕੁਸੁਮ ਪ੍ਰਫੁੱਲਿਤ, ਉਦਿਆਨ ਕਹਿੰਦੇ ਨੇ ਉਜਾੜ ਵੀ ਆਬਾਨਾਂ ਨੂੰ, ਜੰਗਲ ਬੇਲਿਆਂ ਨੂੰ। ਕੁਸਮ ਕਹਿੰਦੇ ਨੇ ਫੁੱਲ ਨੂੰ, ਪ੍ਰਫੁੱਲਤ ਖਿੜਨ ਨੂੰ ਕਹਿੰਦੇ ਨੇ। ਜਿਉ ਉਦਿਆਨ ਕੁਸਮ ਪ੍ਰਫੁੱਲਿਤ ਅਰਥਾਤ ਕਿ ਜਿਸ ਤਰ੍ਹਾਂ ਉਜਾੜ ਵੀ ਆਬਾਨਾਂ ਅਥਵਾ ਜੰਗਲ ਬੇਲਿਆਂ ਦੇ ਵਿੱਚ ਕੋਈ ਫੁੱਲ ਖਿੜਦਾ ਹੈ, ਪਰੰਤੂ ਮਹਾਰਾਜ ਕਹਿੰਦੇ ਕਿਨਹਿ ਨਾ ਕਰਾਓ ਲਿਓ। ਕਰਾਓ ਖੁਸ਼ਬੂ ਨੂੰ ਕਹਿੰਦੇ ਨੇ।
ਅਰਥਾਤ ਕਿ ਉਜਾੜ ਬੀਆਬਾਨਾਂ ਦੇ ਵਿੱਚ ਖਿੜਨੇ ਦੇ ਕਾਰਨ ਕਿਸੇ ਨੇ ਵੀ ਉਸ ਦੀ ਸੁਗੰਧੀ ਨੂੰ ਮਾਣਿਆ ਨਾ, ਉਸ ਦੀ ਵਾਸ਼ਨਾ ਨੂੰ ਸੁੰਘਿਆ ਨਾ। ਠੀਕ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਤੈਸੇ ਭ੍ਰਮਤ ਅਨੇਕ ਜੋਨਮ ਹੈ ਫਿਰ ਫਿਰ ਕਾਲ ਹਇਓ। ਤੈਸੇ ਭ੍ਰਮਤ ਅਨੇਕ ਜੋਨਮ ਹੈ ਅਰਥਾਤ ਕਿ ਠੀਕ ਉਸੇ ਤਰ੍ਹਾਂ ਹੀ ਭਾਵ ਕਿ ਜੰਗਲ ਦੇ ਫੁੱਲ ਵਾਂਗੂ ਹੀ ਨਾਮ ਤੋਂ ਵਿਹੂਣੇ ਜੀਵ ਵੀ ਅਨੇਕਾਂ ਜੋਨੀਆਂ ਦੇ ਵਿੱਚ ਮਹਾਰਾਜ ਕਹਿੰਦੇ ਭਰਮਦਾ ਫਿਰਦਾ ਨਾਮ ਤੋਂ ਵਿਹੂਣਾ ਜੀਵ। ਅਤੇ ਫਿਰ ਕਾਲ ਹੋਇਓ ਅਰਥਾਤ ਕਿ ਦੁਬਾਰਾ ਕਾਲ ਉਸ ਦੀ ਹੱਤਿਆ ਕਰਦਾ ਹੈ। ਕਹਿਣ ਤੋਂ ਭਾਵ ਹੈ ਕਿ ਨਾਮ ਤੋਂ ਵਿਹੂਣਾ ਜੀਵ ਜੰਗਲ ਵਿੱਚ ਖਿੜੇ ਹੋਏ ਫੁੱਲ ਦੀ ਨਿਆਈ ਹੈ, ਜਿਸ ਤੋਂ ਕਿਸੇ ਨੂੰ ਵੀ ਕੋਈ ਲਾਭ ਨਹੀਂ, ਉਪਕਾਰ ਨਹੀਂ, ਸਗੋਂ ਦੁੱਖਾਂ ਨੂੰ ਸਹਾਰਦਾ ਹੋਇਆ ਉਹ ਜੰਮਦਾ ਤੇ ਮਰਦਾ ਹੀ ਰਹਿੰਦਾ ਹੈ। ਸਗੋਂ ਤੀਸਰੇ ਪਦ 'ਚ ਮਹਾਰਾਜ ਕਿਰਪਾ ਕਰਨ ਲੱਗੇ ਆਪਣੇ ਬਚਨ ਦੇ, ਕਹਿੰਦੇ ਆ ਧਨ ਜੋਬਨ ਅਰ ਸੁਤ ਦਾਰਾ ਪੇਖਨ ਕੋ ਜੋ ਦਇਓ। ਤਿਨ ਹੀ ਮਾਹ ਅਟਕ ਜੋ ਉਰਜੈ ਇੰਦਰੀ ਪ੍ਰੇਰ ਲਿਓ। ਆ ਧਨ ਜੋਬਨ ਅਰ ਸੁਤ ਦਾਰਾ ਮਹਾਰਾਜ ਕਹਿੰਦੇ ਧਨ ਜਵਾਨੀ ਪੁੱਤਰ ਤੇ ਇਸਤਰੀ ਆਦ। ਸੁੱਤ ਕਹਿੰਦੇ ਪੁੱਤਰ ਨੂੰ, ਦਾਰਾ ਕਹਿੰਦੇ ਇਸਤਰੀ ਨੂੰ। ਆ ਧਨ ਜੋਬਨ ਅਰ ਸੁਤ ਦਾਰਾ ਪੇਖਨ ਕਉ ਜੋ ਦਇਓ ਅਰਥਾਤ ਕਿ ਇਸ ਜੀਵ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜੋ ਕੇਵਲ ਵੇਖਣ ਮਾਤਰ ਦੇ ਲਈ ਹੀ ਦਿੱਤੇ ਸਨ, ਭਾਵ ਕਿ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਦਿੱਤੇ ਸਨ। ਪਰੰਤੂ ਜੀਵ ਨੇ ਕੀ ਕੀਤਾ? ਮਹਾਰਾਜ ਕਹਿੰਦੇ ਤਿਨ ਹੀ ਮਾਹ ਅਟਕ ਜਾ ਉਰਜੈ ਇੰਦਰੀ ਪ੍ਰੇਰ ਲਿਓ। ਤਿੰਨ ਹੀ ਮਾਹ ਅਟਕ ਜੋ ਉਰਜੇ ਅਰਥਾਤ ਕਿ ਇਹਨਾਂ ਛਾਇਆਂ ਦੇ ਵਿੱਚ ਹੀ ਅਟਕ ਕੇ, ਇਹਨਾਂ ਛਾਇਆਂ ਦੇ ਵਿੱਚ ਹੀ ਰੁਕ ਕੇ ਖਲੋ ਕੇ ਜਿਹੜੇ ਉਲਝ ਗਏ, ਭਾਵ ਕਿ ਰੁਕ ਕੇ ਜੋ ਫਸ ਗਏ, ਮਹਾਰਾਜ ਕਹਿੰਦੇ ਇੰਦਰ ਹੀ ਪ੍ਰੇਰ ਲਿਓ ਅਰਥਾਤ ਕਿ ਅਸਲ ਦੇ ਵਿੱਚ ਉਹਨਾਂ ਨੂੰ ਉਹਨਾਂ ਦੀਆਂ ਇੰਦਰੀਆਂ ਨੇ ਇਸ ਬੰਨੇ ਪ੍ਰੇਰ ਲਿਆ। ਕਹਿਣ ਤੋਂ ਭਾਵ ਹੈ ਕਿ ਜੀਵ ਨੇ ਕੁਦਰਤ ਦੀਆਂ ਇਹਨਾਂ ਨਿਆਮਤਾਂ ਥਾਣੀ ਗੁਜ਼ਰਦੇ ਹੋਏ ਹਰ ਵਕਤ ਹਰ ਪਲ ਹਰੀ ਦੇ ਵੱਲ ਅਗਰਸਰ ਰਹਿਣਾ ਸੀ, ਪਰੰਤੂ ਆਪਣੀਆਂ ਇੰਦਰੀਆਂ ਦਾ ਪ੍ਰੇਰਿਆ ਹੋਇਆ, ਇੰਦਰੀਆਂ ਦਾ ਮੁਥਾਜ ਇਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਜਿਹੜਾ ਜੀਵ ਸੀ। ਸਗੋਂ ਅੰਤਮ ਚੌਥੇ ਪਦੇ ਦੇ ਵਿੱਚ ਮਹਾਰਾਜ ਕਿਰਪਾ ਕਰਨ ਲੱਗੇ, ਕਹਿੰਦੇ ਔਧ ਅਨਲ ਤਨ ਤਿਨ ਕੋ ਮੰਦਰ 14 ਠਾਠ ਥਿਓ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ। ਔਧ ਅਨਲ ਤਾਨ ਤਿਨ ਕੋ ਮੰਦਰ। ਔਧ ਕਹਿੰਦੇ ਨੇ ਉਮਰ ਨੂੰ, ਆਰਜਾ ਨੂੰ, ਅਨਲ ਕਹਿੰਦੇ ਨੇ ਅੱਗ ਨੂੰ, ਤਾਨ ਤਿਨ ਕੋ ਮੰਦਰ, ਤਨ ਕਹਿੰਦੇ ਨੇ ਦੇਹ ਨੂੰ, ਸਰੀਰ ਨੂੰ, ਤਿੰਨ ਕਹਿੰਦੇ ਨੇ ਘਾਹ ਨੂੰ, ਕੱਖਾਂ ਨੂੰ, ਤੇ ਮੰਦਰ ਕਹਿੰਦੇ ਨੇ ਘਰ ਨੂੰ, ਕੁੱਲੀ ਨੂੰ। ਔਧ ਅਨਲ ਤਨ ਤਿਨ ਕੋ ਮੰਦਰ ਅਰਥਾਤ ਕਿ ਜੀਵ ਦੀ ਪਲ ਪਲ ਘਟ ਰਹੀ ਉਮਰ ਤਾਂ ਮਾਨੋ ਅੱਗ ਦੀ ਨਿਆਈ ਹੈ ਭਾਈ, ਅੱਗ ਦੀ ਨਿਆਈ। ਅਤੇ ਉਸ ਦਾ ਤਾਨ ਹੈ ਨਾ ਜਿਹੜਾ ਉਹ ਮਾਨੋ ਮਹਾਰਾਜ ਕਹਿੰਦੇ ਕੱਖਾਂ ਦੀ ਕੁੱਲੀ ਹੈ। ਤਾਨ ਤਿਨ ਕੋ ਮੰਦਰ ਔਰ ਪਾਤਸ਼ਾਹ ਕਹਿੰਦੇ 14 ਠਾਠ ਥਿਓ ਅਰਥਾਤ ਕਿ ਇਹ ਖੌਫਨਾਕ ਵਰਤਾਰਾ ਕਿਸੇ ਸੀਮਤ ਜਿਹੇ ਸਥਾਨ ਤੱਕ ਸੀਮਤ ਨਹੀਂ, ਸਗੋਂ 14 ਠਾਠ ਥਿਓ ਅਰਥਾਤ ਕਿ ਚੌਹਾਂ ਦਿਸ਼ਾਵਾਂ ਦੇ ਵਿੱਚ ਹੀ ਐਸੀ ਰਚਨਾ ਰਚੀ ਹੋਈ ਹੈ, ਚੌਹਾਂ ਦਿਸ਼ਾਵਾਂ ਦੇ ਵਿੱਚ ਹੀ ਐਸੀ ਬਣਤ ਬਣੀ ਹੋਈ, ਐਸੀ ਘਾਟ ਘੜੀ ਹੋਈ ਅਕਾਲ ਪੁਰਖ ਵਾਹਿਗੁਰੂ ਦੇ ਦੁਆਰਾ। ਜਿਵੇਂ ਕਹਿੰਦੇ ਨਾ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ। ਇਹ ਜੰਗਲ ਦੀ ਅੱਗ ਹੈ, ਬੜੇ ਘਾਹ ਬੂਟ ਸਾੜ ਤੇ ਜੀਵਾ ਰੂਪੀ ਇਹਨੇ ਕੋਈ ਵਿਰਲਾ ਹੀ ਹਰਿਆ ਬੂਟਾ ਬਚਿਆ ਜੇ। ਮਹਾਰਾਜ ਕਹਿੰਦੇ ਔਧ ਅਨਲ ਤਨ ਤਿਨ ਕੋ ਮੰਦਰ 14 ਠਾਠ ਥਿਓ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ। ਕਹਿ ਕਬੀਰ ਪੈ ਸਾਗਰ ਤਰਨ ਕੋ ਕਹਿੰਦੇ ਨੇ ਕਬੀਰ ਪਾਤਸ਼ਾਹ ਕਿ ਇਸ ਭਵ ਸਾਗਰ ਅਥਵਾ ਸੰਸਾਰ ਰੂਪੀ ਸਮੁੰਦਰ ਨੂੰ ਤਰਨੇ ਦੀ ਖਾਤਰ ਮੈਂ ਸਤਿਗੁਰ ਓਟ ਲਿਓ ਅਰਥਾਤ ਕਿ ਮੈਂ ਸਤਿਗੁਰੂ ਪਾਤਸ਼ਾਹ ਜੀਆਂ ਦੀ ਓਟ ਅਥਵਾ ਆਸਰਾ ਲੈਣਾ ਕੀਤਾ। ਚੌਂ ਦਿਸ਼ਾਵਾਂ ਦੇ ਵਿੱਚ ਹੀ ਅਘਾੜ ਘੜੀ ਰਚਨਾ ਰਚੀ ਹੈ ਖੌਫਨਾਕ। ਇਸੇ ਕਰਕੇ ਭਾਈ ਮੈਂ ਸੰਸਾਰ ਸਮੁੰਦਰ ਨੂੰ ਤਰਨੇ ਦੀ ਖਾਤਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਓਟ ਤੇ ਆਸਰਾ ਲਿਆ ਹੈ। ਔਧ ਅਨਲ ਤਨ ਤਿਨ ਕੋ ਮੰਦਰ 14 ਠਾਠ ਥਿਓ। ਕਹਿ ਕਬੀਰ ਪੈ ਸਾਗਰ ਤਰਨ ਕੋ ਮੈਂ ਸਤਿਗੁਰ ਓਟ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।